ਸਵਾਗਤ ਹੈ ਜੀ ਅੱਜ ਦੀ ਇਸ ਖਾਸ ਚਰਚਾ ਵਿੱਚ। ਅੱਜ ਆਪਾਂ ਸਿੱਖ ਇਤਿਹਾਸ ਦੇ ਇੱਕ ਅਜਿਹੇ ਪੰਨੇ ਨੂੰ ਫਰੋਲਣ ਜਾ ਰਹੇ ਹਾਂ ਜੋ ਜਿੰਨਾ ਗੰਭੀਰ ਹੈ ਉਨਾ ਹੀ ਦਰਦਨਾਕ ਵੀ। ਇਹ ਘਟਨਾ ਹੈ 7 ਮਈ 1844 ਨੂੰ ਵਾਪਰੇ ਨੌਰੰਗਾਬਾਦ ਦੇ ਸਾਕੇ ਦੀ। ਇਹ ਇਤਿਹਾਸ ਸਿਰਫ ਬੀਤੇ ਕੱਲ ਦੀ ਗੱਲ ਨਹੀਂ ਹੈ, ਸਗੋਂ ਇਹ ਸਾਨੂੰ ਅੱਜ ਵੀ ਬਹੁਤ ਕੁਝ ਸਿਖਾਉਂਦਾ ਹੈ ਕਿ ਜਦੋਂ ਸਿਆਸੀ ਤਾਕਤ ਬੇਲਗਾਮ ਹੋ ਜਾਂਦੀ ਹੈ ਤਾਂ ਉਹ ਕਿੰਨੀ ਖਤਰਨਾਕ ਹੋ ਸਕਦੀ ਹੈ। ਇਹ ਸਿਰਫ ਕੋਈ ਆਮ ਜੰਗ ਨਹੀਂ ਸੀ, ਬਲਕਿ ਲਾਹੌਰ ਦਰਬਾਰ ਦੀ ਸਿਆਸੀ ਖੇਡ ਅਤੇ ਸਿੱਖ ਧਰਮ ਦੇ ਅਟਲ ਅਧਿਆਤਮਿਕ ਸਿਧਾਂਤਾਂ ਵਿਚਕਾਰ ਹੋਈ ਇੱਕ ਬਹੁਤ ਹੀ ਭਿਆਨਕ ਟੱਕਰ ਸੀ। ਆਓ ਇਤਿਹਾਸਿਕ ਸਰੋਤਾਂ ਦੇ ਆਧਾਰ ਤੇ ਇਸ ਦੁਖਾਂਤ ਦੀ ਤਹਿ ਤੱਕ ਜਾਈਏ। ਹੁਣ ਜ਼ਰਾ ਸੋਚ ਕੇ ਦੇਖੋ, ਕੀ ਹੁੰਦਾ ਹੈ ਜਦੋਂ ਇੱਕ ਬਿਲਕੁਲ ਬੇਰਹਿਮ, ਤਾਕਤ ਦੀ ਭੁੱਖੀ ਸਿਆਸੀ ਮਸ਼ੀਨਰੀ ਅਟਲ ਨੈਤਿਕ ਸਿਧਾਂਤਾਂ ਨਾਲ ਆ ਕੇ ਟਕਰਾਉਂਦੀ ਹੈ, ਬਿਲਕੁਲ ਆਮੋ-ਸਾਹਮਣੇ। ਜਦੋਂ ਕੁਰਸੀ ਦੀ ਭੁੱਖ ਸਾਹਮਣੇ ਧਾਰਮਿਕ ਕਦਰਾਂ-ਕੀਮਤਾਂ ਦੀ ਕੋਈ ਪਰਵਾਹ ਨਾ ਰਹੇ ਤਾਂ ਨਤੀਜੇ ਹਮੇਸ਼ਾ ਤਬਾਹਕੁਨ ਹੀ ਨਿਕਲਦੇ ਨੇ। ਇਹ ਸਾਰਾ ਘਟਨਾਕ੍ਰਮ ਸਾਨੂੰ ਇਹ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਜਦੋਂ ਸਿਆਸਤ ਅਤੇ ਧਰਮ ਵਿਚਲੀ ਲਕੀਰ ਮਿਟ ਜਾਂਦੀ ਹੈ ਤਾਂ ਵੱਡੇ-ਵੱਡੇ ਸਾਮਰਾਜ ਕਿਵੇਂ ਆਪਣੀ ਹੀ ਜੜ ਵੱਢਣ ਲੱਗ ਪੈਂਦੇ ਹਨ। ਇਸ ਦੁਖਾਂਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਉਸ ਸਮੇਂ ਦੇ ਹਾਲਾਤਾਂ ਤੇ ਝਾਤ ਮਾਰਨੀ ਪਵੇਗੀ, ਯਾਨੀ ਕਿ ਉਸ ਖਤਰਨਾਕ ਸਿਆਸੀ ਖਲਾਤੇ ਜੋ ਲਾਹੌਰ ਦਰਬਾਰ ਵਿੱਚ ਬਣ ਚੁੱਕਾ ਸੀ। ਗੱਲ 1839 ਦੀ ਹੈ, ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਚਲਾਣਾ ਹੋ ਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਲਾਹੌਰ ਦਰਬਾਰ ਦਾ ਤਾਂ ਜਿਵੇਂ ਤਵਾਜ਼ਨ ਹੀ ਵਿਗੜ ਗਿਆ। 1839 ਤੋਂ ਲੈ ਕੇ 1844 ਤੱਕ ਦੇ 5 ਸਾਲ ਬਸ ਕਤਲ, ਸਾਜ਼ਿਸ਼ਾਂ ਅਤੇ ਕੁਰਸੀ ਦੀ ਜੰਗ ਦਾ ਇੱਕ ਕਦੇ ਨਾ ਖਤਮ ਹੋਣ ਵਾਲਾ ਦੌਰ ਚੱਲਿਆ। 1844 ਆਂਦਿਆਂ ਨੌਜਵਾਨ ਮਹਾਰਾਜਾ ਦਲੀਪ ਸਿੰਘ ਤਖਤ ਤੇ ਤਾਂ ਬੈਠੇ ਸਨ, ਪਰ ਅਸਲੀਅਤ ਵਿੱਚ ਉਹ ਸਿਰਫ ਨਾਮ ਦੇ ਮਹਾਰਾਜਾ ਸਨ। ਅਸਲ ਤਾਕਤ ਤਾਂ ਕਿਸੇ ਹੋਰ ਦੇ ਹੱਥਾਂ ਵਿੱਚ ਖੇਡ ਰਹੀ ਸੀ, ਤੇ ਉਹ ਤਾਕਤ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜਾ ਹੀਰਾ ਸਿੰਘ ਡੋਗਰਾ ਦੇ ਹੱਥਾਂ ਵਿੱਚ। ਹੀਰਾ ਸਿੰਘ ਡੋਗਰਾ ਅਤੇ ਉਸ ਦਾ ਖਾਸ ਸਲਾਹਕਾਰ ਪੰਡਿਤ ਜੱਲਾ, ਇਹ ਦੋਵੇਂ ਮਿਲ ਕੇ ਪੂਰੇ ਸਿਸਟਮ ਨੂੰ ਚਲਾ ਰਹੇ ਸਨ। ਪਰ ਡੋਗਰਾ ਦੀ ਸਭ ਤੋਂ ਵੱਡੀ ਦਿੱਕਤ ਕੀ ਸੀ? ਉਸ ਦੇ ਅੰਦਰ ਬੈਠਾ ਇੱਕ ਬਹੁਤ ਹੀ ਡੂੰਘਾ ਡਰ ਤੇ ਸ਼ੱਕ। ਉਸ ਨੂੰ ਲੱਗਦਾ ਸੀ ਕਿ ਰਵਾਇਤੀ ਸਿੱਖ ਸਰਦਾਰ ਜਾਂ ਸ਼ਾਹੀ ਪਰਿਵਾਰ ਦਾ ਕੋਈ ਵੀ ਜੀ ਉਸ ਦੀ ਕੁਰਸੀ ਖੋ ਸਕਦਾ ਹੈ। ਉਸ ਦੀ ਬਸ ਇੱਕੋ ਹੀ ਜ਼ਿੱਦ ਸੀ ਕਿ ਕੋਈ ਵੀ ਵਿਰੋਧੀ ਤਾਕਤ ਸਿਰ ਚੁੱਕੇ ਉਸ ਨੂੰ ਪਹਿਲੇ ਹੀ ਕੁਚਲ ਦਿਓ, ਅਤੇ ਇਹੀ ਡਰ ਆਉਣ ਵਾਲੇ ਤੂਫਾਨ ਦੀ ਅਸਲ ਜੜ ਬਣਿਆ। ਹੁਣ ਜਿੱਥੇ ਲਾਹੌਰ ਵਿੱਚ ਇਹ ਖੂਨੀ ਸਿਆਸੀ ਖੇਡਾਂ ਚੱਲ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਬਿਲਕੁਲ ਇਸ ਦੇ ਉਲਟ ਸ਼ਾਂਤੀ ਅਤੇ ਅਧਿਆਤਮ ਦੀ ਇੱਕ ਸੰਤ ਸਿਪਾਹੀ ਸ਼ਰਣਗਾਹ ਤਿਆਰ ਹੋ ਰਹੀ ਸੀ। ਦਰਅਸਲ ਇੱਥੇ ਦੋ ਬਿਲਕੁਲ ਵੱਖਰੀਆਂ ਵਿਚਾਰਧਾਰਾਵਾਂ ਦੀ ਟੱਕਰ ਸੀ। ਇੱਕ ਪਾਸੇ ਹੀਰਾ ਸਿੰਘ ਡੋਗਰਾ ਹੈ, ਜਿਸ ਦੀ ਪੂਰੀ ਪਛਾਣ ਸ਼ੱਕ, ਸਿਆਸੀ ਕਤਲੇਆਮ ਅਤੇ ਫੌਜੀ ਤਾਕਤ ਨਾਲ ਜੁੜੀ ਹੋਈ ਹੈ, ਤੇ ਦੂਜੇ ਪਾਸੇ ਸਨ ਬਾਬਾ ਬੀਰ ਸਿੰਘ ਜੀ। ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇੱਕ ਬਹੁਤ ਹੀ ਸਤਿਕਾਰਤ ਸਾਬਕਾ ਸੈਨਿਕ ਸਨ, ਜਿਨ੍ਹਾਂ ਨੇ ਆਪਣੀ ਬਾਕੀ ਦੀ ਜ਼ਿੰਦਗੀ ਸਿਰਫ ਪ੍ਰਭੂ ਭਗਤੀ ਅਤੇ ਲੋਕ ਸੇਵਾ ਲਈ ਖਿਲਾ ਦਿੱਤੀ ਸੀ। ਉਨ੍ਹਾਂ ਕੋਲ ਭਾਵੇਂ ਕੋਈ ਸਿਆਸੀ ਤਾਕਤ ਨਹੀਂ ਸੀ, ਪਰ ਉਨ੍ਹਾਂ ਦੀ ਨੈਤਿਕ ਤਾਕਤ ਅਥਾਹ ਸੀ, ਜਿਸ ਦਾ ਲੋਕ ਲੋਹਾ ਮੰਨਦੇ ਸਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਬਾ ਜੀ ਵੱਲੋਂ ਨੌਰੰਗਾਬਾਦ ਵਿਖੇ ਚਲਾਇਆ ਜਾ ਰਿਹਾ ਡੇਰਾ ਕਿੰਨਾ ਵਿਸ਼ਾਲ ਸੀ। ਇਹ ਅੰਕੜਾ 10,000, ਜ਼ਰਾ ਸੋਚ ਕੇ ਦੇਖੋ। ਇਤਿਹਾਸਕਾਰ ਦੱਸਦੇ ਨੇ ਕਿ ਇਸ ਡੇਰੇ ਵਿੱਚ ਰੋਜ਼ਾਨਾ 5,000 ਤੋਂ 10,000 ਲੋਕਾਂ ਲਈ ਲੰਗਰ ਤਿਆਰ ਹੁੰਦਾ ਸੀ ਤੇ ਛਕਾਇਆ ਜਾਂਦਾ ਸੀ। ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਇਹ ਅਸਥਾਨ ਤਾਂ ਸ਼ਰਧਾ, ਸੇਵਾ ਅਤੇ ਭਾਈਚਾਰੇ ਦਾ ਇੱਕ ਬਹੁਤ ਹੀ ਮਹਾਨ ਕੇਂਦਰ ਬਣ ਚੁੱਕਾ ਸੀ। ਪਰ ਬਾਬਾ ਜੀ ਦੀ ਇਸੇ ਬੇਦਾਗ ਨੈਤਿਕ ਤਾਕਤ ਕਰਕੇ ਇੱਕ ਅਜੀਬ ਜੀ ਸਥਿਤੀ ਪੈਦਾ ਹੋ ਗਈ। ਕਿਉਂਕਿ ਬਾਬਾ ਜੀ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ, ਇਸ ਲਈ ਹੀਰਾ ਸਿੰਘ ਡੋਗਰਾ ਦੇ ਜ਼ੁਲਮਾਂ ਦੇ ਸਤਾਏ ਹੋਏ ਕਈ ਸਿੱਖ ਸਰਦਾਰਾਂ ਨੇ ਇਸ ਡੇਰੇ ਵਿੱਚ ਆ ਕੇ ਆਪਣੀ ਜਾਨ ਬਚਾਈ। ਇਹਨਾਂ ਵਿੱਚ ਅਤਰ ਸਿੰਘ ਸੰਧਾਵਾਲੀਆ ਤੇ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੁਪੁੱਤਰ ਕੰਵਰ ਕਸ਼ਮੀਰਾ ਸਿੰਘ ਵੀ ਸ਼ਾਮਲ ਸਨ। ਇਸ ਤਰ੍ਹਾਂ ਨਾ ਚਾਹੁੰਦਿਆਂ ਹੋਇਆਂ ਵੀ ਇਹ ਧਾਰਮਿਕ ਡੇਰਾ ਸਿਆਸੀ ਸ਼ਰਨਾਰਥੀਆਂ ਲਈ ਇੱਕ ਸੁਰੱਖਿਅਤ ਠਿਕਾਣਾ ਬਣ ਗਿਆ। ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਾਡਾ ਅਗਲਾ ਪੜਾਅ, ਜਿੱਥੇ ਲਾਹੌਰ ਦਰਬਾਰ ਦਾ ਸ਼ੱਕ ਅਤੇ ਪਾਗਲਪਨ ਇੱਕ ਭਿਆਨਕ ਘੇਰਾਬੰਦੀ ਦਾ ਰੂਪ ਲੈ ਲੈਂਦਾ ਹੈ। ਦੇਖੋ, ਹੀਰਾ ਸਿੰਘ ਡੋਗਰਾ ਨੂੰ ਤਾਂ ਬਸ ਇੱਕ ਬਹਾਨਾ ਚਾਹੀਦਾ ਸੀ, ਤੇ ਉਹ ਬਹਾਨਾ ਉਸ ਨੂੰ ਮਿਲ ਗਿਆ ਅਤਰ ਸਿੰਘ ਸੰਧਾਵਾਲੀਆ ਦੀ ਉੱਥੇ ਮੌਜੂਦਗੀ ਤੋਂ। ਡੋਗਰਾ ਨੇ ਸ਼ਰੇਆਮ ਕਹਿ ਦਿੱਤਾ ਕਿ ਨੌਰੰਗਾਬਾਦ ਦਾ ਡੇਰਾ ਕੋਈ ਧਾਰਮਿਕ ਥਾਂ ਨਹੀਂ ਰਿਹਾ, ਬਲਕਿ ਇਹ ਤਾਂ ਲਾਹੌਰ ਦਰਬਾਰ ਦੇ ਖਿਲਾਫ ਬਗਾਵਤ ਦਾ ਅੱਡਾ ਬਣ ਚੁੱਕਾ ਹੈ। ਅਤੇ ਆਪਣੀ ਇਸੇ ਮਨਘੜਤ ਕਹਾਣੀ ਦੀ ਆੜ ਵਿੱਚ ਉਸਨੇ ਇਸ ਪਵਿੱਤਰ ਅਸਥਾਨ ਨੂੰ ਤਬਾਹ ਕਰਨ ਲਈ ਖਾਲਸਾ ਫੌਜ ਦੀ ਇੱਕ ਬਹੁਤ ਵੱਡੀ ਟੁਕੜੀ ਰਵਾਨਾ ਕਰ ਦਿੱਤੀ।
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਫੌਜੀ ਟੁਕੜੀ ਕਿੰਨੀ ਵੱਡੀ ਹੋਵੇਗੀ? ਪੂਰੇ 20,000 ਫੌਜੀ। ਜੀ ਹਾਂ, ਲਗਭਗ 20,000 ਦੀ ਫੌਜ ਅਤੇ ਨਾਲ 50 ਤੋਪਾਂ। ਹੁਣ ਖੁਦ ਸੋਚੋ, ਇੱਕ ਅਜਿਹੀ ਥਾਂ ਜਿੱਥੇ ਲੋਕ ਸਿਰਫ ਲੰਗਰ ਛਕਣ ਤੇ ਪ੍ਰਭੂ ਦਾ ਨਾਮ ਜਪਣ ਜਾਂਦੇ ਹੋਣ, ਉੱਥੇ 20,000 ਫੌਜੀਆਂ ਦਾ ਕੀ ਕੰਮ? ਇਹ ਬਿਲਕੁਲ ਹੀ ਅਸੰਤੁਲਿਤ ਅਤੇ ਹੈਰਾਨ ਕਰਨ ਵਾਲਾ ਕਦਮ ਸੀ, ਜੋ ਸਾਫ਼ ਦੱਸਦਾ ਹੈ ਕਿ ਲਾਹੌਰ ਦਰਬਾਰ ਅੰਦਰੋਂ ਕਿੰਨਾ ਡਰਿਆ ਹੋਇਆ ਸੀ। ਜਿਸ ਵੇਲੇ ਫੌਜ ਨੇ ਡੇਰੇ ਨੂੰ ਘੇਰਾ ਪਾਇਆ ਤਾਂ ਉੱਥੇ ਜੋ ਹੋਇਆ ਉਹ ਸਾਡੇ ਇਤਿਹਾਸ ਦਾ ਬਹੁਤ ਹੀ ਅਹਿਮ ਪਲ ਹੈ। ਉਹ ਪਲ ਜਦੋਂ ਇਹ ਕਿਹਾ ਗਿਆ, ਅਸੀਂ ਭਰਾਵਾਂ ਤੇ ਵਾਰ ਨਹੀਂ ਕਰਦੇ। ਆਮ ਤੌਰ ਤੇ ਜਦੋਂ ਤੁਹਾਡੇ ਸਾਹਮਣੇ 20,000 ਦੀ ਫੌਜ ਹਥਿਆਰ ਤਾਣ ਕੇ ਖੜੀ ਹੋਵੇ ਤਾਂ ਕੋਈ ਵੀ ਇਨਸਾਨ ਜਾਂ ਤਾਂ ਜਾਨ ਬਚਾ ਕੇ ਭੱਜੇਗਾ ਜਾਂ ਫਿਰ ਪਲਟਵਾਰ ਕਰੇਗਾ, ਠੀਕ ਹੈ ਨਾ? ਪਰ ਬਾਬਾ ਬੀਰ ਸਿੰਘ ਜੀ ਦਾ ਫੈਸਲਾ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ। ਡੇਰੇ ਅੰਦਰ ਕੁਝ ਹਥਿਆਰਬੰਦ ਸਿੱਖ ਮੌਜੂਦ ਸਨ, ਪਰ ਬਾਬਾ ਜੀ ਨੇ ਉਹਨਾਂ ਨੂੰ ਗੋਲੀ ਚਲਾਉਣ ਤੋਂ ਸਖਤੀ ਨਾਲ ਵਰਜ ਦਿੱਤਾ। ਉਹਨਾਂ ਦੇ ਲਫ਼ਜ਼ ਸਨ, ਅਸੀਂ ਆਪਣੇ ਭਰਾਵਾਂ ਤੇ ਵਾਰ ਨਹੀਂ ਕਰਦੇ, ਕਿਉਂਕਿ ਜੋ ਫੌਜ ਬਾਹਰ ਖੜੀ ਸੀ ਉਹ ਵੀ ਗੁਰੂ ਦੀ ਹੀ ਸਾਜੀ ਹੋਈ ਖਾਲਸਾ ਫੌਜ ਸੀ। ਬਾਬਾ ਜੀ ਲਈ ਖਾਲਸਾਈ ਭਾਈਚਾਰਾ ਇੰਨਾ ਉੱਚਾ ਸੀ ਕਿ ਉਹ ਕਿਸੇ ਵੀ ਕੀਮਤ ਤੇ ਸਿੱਖਾਂ ਦੇ ਹੱਥੋਂ ਸਿੱਖਾਂ ਦਾ ਖੂਨ ਨਹੀਂ ਡੁੱਲਣ ਦੇਣਾ ਚਾਹੁੰਦੇ ਸਨ। ਪਰ ਅਫਸੋਸ, ਬਾਹਰ ਖੜੀ ਲਾਹੌਰ ਦਰਬਾਰ ਦੀ ਫੌਜ ਨੇ ਇਸ ਪਵਿੱਤਰ ਅਸਥਾਨ ਦਾ ਕੋਈ ਲਿਹਾਜ਼ ਨਹੀਂ ਕੀਤਾ। ਤੋਪਾਂ ਦੇ ਮੂੰਹ ਖੋਲ ਦਿੱਤੇ ਗਏ, ਡੇਰੇ ਤੇ ਬੇਰਹਿਮੀ ਨਾਲ ਗੋਲੇ ਵਰਹਾਏ ਗਏ। ਅਤੇ ਅੰਦਰ ਦਾ ਨਜ਼ਾਰਾ ਕੀ ਸੀ? ਇੱਕ ਪਾਸੇ ਭਿਆਨਕ ਤਬਾਹੀ ਮਚ ਰਹੀ ਹੈ ਤੇ ਦੂਜੇ ਪਾਸੇ ਬਾਬਾ ਬੀਰ ਸਿੰਘ ਜੀ ਬਿਲਕੁਲ ਅਡੋਲ, ਸ਼ਾਂਤ ਚਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧਿਆਨ ਮਗਨ ਹੋ ਕੇ ਬੈਠੇ ਨੇ। ਬਾਹਰ ਭਿਆਨਕ ਹਿੰਸਾ ਅਤੇ ਅੰਦਰ ਪਰਮ ਸ਼ਾਂਤੀ ਦਾ ਅਜਿਹਾ ਦਿਲ ਕੰਬਾਊ ਸੁਮੇਲ ਸ਼ਾਇਦ ਹੀ ਇਤਿਹਾਸ ਵਿੱਚ ਕਿਤੇ ਹੋਰ ਮਿਲੇ। ਤੇ ਫਿਰ 7 ਮਈ 1844 ਨੂੰ ਉਹ ਮਨਹੂਸ ਘੜੀ ਆ ਹੀ ਗਈ। ਗੋਲਾਬਾਰੀ ਦੌਰਾਨ ਇੱਕ ਤੋਪ ਦਾ ਗੋਲਾ ਸਿੱਧਾ ਬਾਬਾ ਬੀਰ ਸਿੰਘ ਜੀ ਨੂੰ ਆ ਕੇ ਵੱਜਾ ਤੇ ਉਹ ਸ਼ਹੀਦ ਹੋ ਗਏ। ਇਸੇ ਅੰਨ੍ਹੇਵਾਹ ਹਮਲੇ ਵਿੱਚ ਕੰਵਰ ਕਸ਼ਮੀਰਾ ਸਿੰਘ ਅਤੇ ਅਤਰ ਸਿੰਘ ਸੰਧਾਵਾਲੀਆ ਵੀ ਮਾਰੇ ਗਏ। ਜ਼ਰਾ ਸੋਚ ਕੇ ਦੇਖੋ, ਇਸ ਬੇਰਹਿਮ ਕਤਲੇਆਮ ਵਿੱਚ ਲਗਭਗ 1200 ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। ਇੱਕ ਹੱਸਦੀ ਵਸਦੀ ਸ਼ਾਂਤਮਈ ਸ਼ਰਣਗਾਹ ਕੁਝ ਹੀ ਪਲਾਂ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ। ਇਸ ਸਾਕੇ ਨੇ ਸਿਰਫ ਡੇਰਾ ਹੀ ਤਬਾਹ ਨਹੀਂ ਕੀਤਾ, ਬਲਕਿ ਇਸ ਨੇ ਲਾਹੌਰ ਦਰਬਾਰ ਦੇ ਪਤਨ ਦੀ, ਇੱਕ ਟੁੱਟਦੇ ਹੋਏ ਸਾਮਰਾਜ ਦੀ ਨੀਂਹ ਵੀ ਰੱਖ ਦਿੱਤੀ। ਦੇਖੋ, ਜਦੋਂ ਖਾਲਸਾ ਫੌਜ ਨੂੰ ਅਹਿਸਾਸ ਹੋਇਆ ਨਾ ਕਿ ਉਹਨਾਂ ਨੇ ਆਪਣੇ ਹੀ ਇੱਕ ਪਵਿੱਤਰ ਮਹਾਪੁਰਖ ਅਤੇ ਆਪਣੇ ਮਹਾਰਾਜੇ ਦੇ ਪੁੱਤਰ ਦਾ ਕਤਲ ਕਰ ਦਿੱਤਾ ਹੈ, ਤਾਂ ਫੌਜ ਵਿੱਚ ਪਛਤਾਵੇ ਦੀ ਐਡੀ ਵੱਡੀ ਲਹਿਰ ਦੌੜੀ ਕਿ ਉਹ ਭਿਆਨਕ ਗੁੱਸੇ ਵਿੱਚ ਬਦਲ ਗਈ। ਨਤੀਜਾ ਇਹ ਨਿਕਲਿਆ ਕਿ ਉਸੇ ਸਾਲ ਹੀਰਾ ਸਿੰਘ ਡੋਗਰਾ ਅਤੇ ਪੰਡਿਤ ਜੱਲਾ ਦੋਵਾਂ ਨੂੰ ਫੌਜ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰ ਇਹ ਸਾਰੇ ਅੰਦਰੂਨੀ ਖੂਨ ਖਰਾਬੇ ਦਾ ਨੁਕਸਾਨ ਕੀ ਹੋਇਆ? ਸਿੱਖ ਸਾਮਰਾਜ ਦੀ ਬਚੀ ਖੁਚੀ ਯੋਗ ਲੀਡਰਸ਼ਿਪ ਵੀ ਖਤਮ ਹੋ ਗਈ ਅਤੇ ਅੰਗਰੇਜ਼ ਤਾਂ ਬਸ ਇਸੇ ਤਾੜ ਵਿੱਚ ਬੈਠੇ ਸਨ। ਉਹਨਾਂ ਨੇ ਇਸੇ ਕਮਜ਼ੋਰੀ ਦਾ ਫਾਇਦਾ ਚੁੱਕਿਆ ਅਤੇ ਪਹਿਲੀ ਐਂਗਲੋ-ਸਿੱਖ ਜੰਗ ਦਾ ਬਿਗੁਲ ਵਜਾ ਦਿੱਤਾ। ਅਸਲ ਵਿੱਚ ਲਾਹੌਰ ਦਰਬਾਰ ਬਾਹਰੀ ਹਮਲੇ ਤੋਂ ਪਹਿਲਾਂ ਹੀ ਅੰਦਰੋਂ ਹਾਰ ਚੁੱਕਾ ਸੀ। ਪਰ ਇੰਨੇ ਵੱਡੇ ਦੁਖਾਂਤ ਦੇ ਬਾਵਜੂਦ ਇੱਕ ਚੀਜ਼ ਜੋ ਹਮੇਸ਼ਾ ਲਈ ਅਮਰ ਹੋ ਗਈ, ਉਹ ਹੈ ਬਾਬਾ ਬੀਰ ਸਿੰਘ ਜੀ ਦੀ ਵਿਰਾਸਤ। ਉਹਨਾਂ ਨੇ ਆਪਣੇ ਅਸੂਲਾਂ ਨਾਲ, ਆਪਣੇ ਭਾਈਚਾਰੇ ਨਾਲ ਸਮਝੌਤਾ ਕਰਨ ਨਾਲੋਂ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਝਿਆ। ਉਹਨਾਂ ਦੀ ਇਹ ਸ਼ਹਾਦਤ ਅੱਜ ਵੀ ਸੰਤ ਸਿਪਾਹੀ ਫਲਸਫੇ ਦੀ ਸਭ ਤੋਂ ਉੱਚੀ ਮਿਸਾਲ ਹੈ, ਜੋ ਸਾਨੂੰ ਦੱਸਦੀ ਹੈ ਕਿ ਇੱਕ ਸੱਚਾ ਸਿਪਾਹੀ ਆਪਣੇ ਨੈਤਿਕ ਸਿਧਾਂਤਾਂ ਲਈ ਆਪਣਾ ਸਭ ਕੁਝ ਵਾਰਨ ਦਾ ਜੇਰਾ ਰੱਖਦਾ ਹੈ। ਸੋ ਆਪਣੇ ਅੱਜ ਦੀ ਇਸ ਚਰਚਾ ਨੂੰ ਸਮੇਟਦਿਆਂ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਡੂੰਘਾ ਸਵਾਲ ਛੱਡ ਕੇ ਜਾ ਰਿਹਾ ਹਾਂ। ਨੌਰੰਗਾਬਾਦ ਦੇ ਸਾਕੇ ਨੇ ਇੱਕ ਗੱਲ ਤਾਂ ਸ਼ੀਸ਼ੇ ਵਾਂਗ ਸਾਫ਼ ਕਰ ਦਿੱਤੀ ਕਿ ਭਾਵੇਂ ਅੰਗਰੇਜ਼ਾਂ ਨੇ ਆਪਣੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਨਾਲ ਪੰਜਾਬ ਨੂੰ ਬਾਅਦ ਵਿੱਚ ਜਿੱਤਿਆ, ਪਰ ਲਾਹੌਰ ਦਰਬਾਰ ਦੀਆਂ ਆਪਣੀਆਂ ਖੁਦਗਰਜ਼ੀਆਂ ਅਤੇ ਸ਼ੱਕ ਨੇ ਉਸ ਨੂੰ ਪਹਿਲਾਂ ਹੀ ਅੰਦਰੋਂ ਖੋਖਲਾ ਕਰ ਦਿੱਤਾ ਸੀ। ਤਾਂ ਸਵਾਲ ਇਹ ਹੈ ਕਿ ਸਾਮਰਾਜ ਸੱਚਮੁੱਚ ਬਾਹਰਲੇ ਹਮਲਿਆਂ ਨਾਲ ਜਿੱਤੇ ਜਾਂਦੇ ਹਨ ਜਾਂ ਫਿਰ ਉਹ ਬਾਹਰੋਂ ਟੁੱਟਣ ਤੋਂ ਪਹਿਲਾਂ ਹੀ ਅੰਦਰੋਂ ਟਹਿ-ਟਹਿਰੀ ਹੋ ਚੁੱਕੇ ਹੁੰਦੇ ਨੇ? ਇਤਿਹਾਸ ਦੇ ਪੰਨਿਆਂ ਵਿੱਚ ਇਸ ਦਾ ਜਵਾਬ ਬਹੁਤ ਸਪਸ਼ਟ ਹੈ। ਜ਼ਰਾ ਸੋਚਿਓ ਜ਼ਰੂਰ। ਇਸ ਖਾਸ ਜਾਣਕਾਰੀ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।